जन्म न होवी कदही, जेकर सच पछाणे। गुरमुख आखै गुरमुख बूझै, गुरमुख एको जाने। रारै रव रहा सब अंतर, जेते किए जनता। जंत्यु पाए तंदे सब लाए, कर्म होआ तिन नाम लिया। नल्ले लाए तंदे जिन छोटी, मीठा माया मोह किया। खाना पीना सम कर सैना, पाने ताके हुक्म पया। बवै वास देओ परमेश्वर, वेखण को जिन वेस किया। वेखै चाखै सब किछ जाने, अंतर बाहर रव रहा। राड़ै राड़ करें क्या प्राणी, तिसै त्यावो जे अमर होआ। तिसै त्यावो सच समावो, ओस विटों कुर्बान किया। हा है होर न कोई दाता, जी उपाय जिन रिज़्क दिया। हर नाम त्यावो हर नाम समावो, अन दिन लाहा हर नाम लिया। आयड़ै आप करे जिन छोडी, जो कुछ करना सो कर रहा। करे कराए सब किछ जाने, नानक शायर इव कहा। वाहिगुरु जी का खालसा, वाहिगुरु जी की फतेह। गुरु सवारी साध संगत, ये पवित्र बाणी जो श्री गुरु नानक देव जी के मुखारबिंद तो उचारण की हुई आसा राग विच पट्टी लिखी। असीं इस ते अखीरले पदियां दी विचार कर रहे हैं तो पातशाह ने अपार कृपा की है। इन्हां गुरमुखी दे 35 अखरां नूं बहुत सिੱਖਿਆਦਾਇਕ शब्दां विच साडी झोली पाया। भावें ये गल सब विद्वानां दी राय सहमति है कि महाराज ने ये पट्टी उदों उचारण की जदों गोपाल दास पांधे दे कोल मेहता कल्याण दास जी ने श्री गुरु नानक देव जी नूं पढ़न वास्ते भेजिया। तो पांधे नूं उपदेश करदियां गुरु नानक सच्चे पातशाह जी ने ये उत्तम उपदेश जो साढ़े सारिਆਂ ਲਈ ਸਾਂਝਾ है, क्योंकि बाणी का यह सिद्धांत है कि परथाए साखी महापुरख बोल दे, सांझी सगल जहान है। जिहड़े महापुरख हुंदे ने वो संसार दे भले वास्ते, प्राणियां दी कल्याण वास्ते, भावें किसी एक बंदे नूं संबोधन करके कोई उपदेश करते ने, पर वो उपदेश सारिਆਂ ਲਈ ਸਾਂਝਾ ਹੁੰਦਾ। गुरबाणी का फैसला भी है खतरी ब्राह्मण शूद वैश्य उपदेश 4 वर्णा को साझा। हाँ, ये वखरी गल है कि जो प्राणी गुरबाणी की इस सिक्ख्या नूं अपनी झोली विच पा लवे, अपने जीवन विच अपना लवे, उसे दा भला कल्याण हो सकती। तो महाराज जइए अखर द्वारा फरमाते ने, जइए जन्म न होवी कदही। जइए अखर द्वारा सिक्ख्या देंदे ने, हे पांदा अपनी विद्या की आसरा लैण की थां जिहड़ा मनुख गुरु दे दसे राह उत्ते तुरदा है ते सदा रहन वाले परमात्मा विच अपना विश्वास लिआउंदा है, उन्होंने फिर जमण मन का चक्कर नहीं पैंदा।
ਯਯੈ ਜਨਮ ਨ ਹੋਵੇ ਕਦਹੀ, ਉਹਨੂੰ ਮੁੜ ਕੇ ਫਿਰ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਣਾ ਪੈਂਦਾ। ਜੇ ਕਰ ਸੱਚ ਪਛਾਣੇ, ਜੇਕਰ ਇਹ ਕੰਡੀਸ਼ਨ ਹੈ ਜੇ ਉਹ ਸੱਚੇ ਪਰਮਾਤਮਾ ਨੂੰ ਪਛਾਣ ਲਵੇ। ਗੁਰਮੁਖ ਆਖੈ ਗੁਰਮੁਖ ਬੂਝੈ, ਗੁਰਮੁਖ ਏਕੋ ਜਾਣੇ। ਹੁਣ ਦੇਖੋ, ਗੁਰਮੁਖ ਆਖੈ, ਗੁਰੂ ਦੇ ਉਪਦੇਸ਼ ਰਾਹੀਂ ਜੋ ਕੁਝ ਉਸ ਨੂੰ ਕਿਹਾ ਜਾਂਦਾ। ਫਿਰ ਗੁਰਮੁਖ ਬੂਝੈ, ਗੁਰੂ ਦਾ ਸੇਵਕ, ਗੁਰੂ ਵੱਲ ਮੂੰਹ ਕਰਕੇ ਤੁਰਨ ਵਾਲਾ ਉਸ ਗੱਲ ਨੂੰ ਬੁੱਝ ਲੈਂਦਾ ਤੇ ਉਸ ਰਸਤੇ ਉੱਤੇ ਤੁਰ ਕੇ ਗੁਰਮੁਖ ਏਕੋ ਜਾਣੇ, ਉਹ ਇੱਕ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਉਣ ਵਾਲਾ ਮੰਨਦਾ। ਕਿਉਂਕਿ ਗੁਰੂ ਪਾਤਸ਼ਾਹ ਨੇ ਤੇ ਸਾਨੂੰ ਬਹੁ ਦੇਵੀ ਪੂਜਾ ਉਪਾਸਨਾ ਤੋਂ ਰੋਕਿਆ ਤੇ ਆਖਿਆ ਭਾਈ ਏਕੋ ਹੈ, ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਉਹ ਆਪ ਹੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਲਣ ਵਾਲਾ ਹੈ, ਆਪ ਹੀ ਮਾਰਨ ਵਾਲਾ ਹੈ। ਗੁਰਮੁਖ ਆਖੈ ਗੁਰਮੁਖ ਬੂਝੈ, ਗੁਰਮੁਖ ਏਕੋ ਜਾਣੇ। ਯਯੇ ਅੱਖਰ ਤੋਂ ਬਾਅਦ ਫਿਰ ਰਾਰੇ ਦੀ ਵਾਰੀ ਹੋ। ਹੁਣ ਰਾਰੇ ਅੱਖਰ ਦੁਆਰਾ ਮਹਾਰਾਜ ਸਿੱਖਿਆ ਦਿੰਦੇ ਨੇ। ਰਾਰੇ ਰਵ ਰਹਿ ਸਭ ਅੰਤਰ, ਜੇਤੇ ਕੀਏ ਜਨਤਾ। ਆਖਿਆ ਉਸ ਪਰਮਾਤਮਾ ਨੇ ਜੀਵ ਜੰਤ ਜਿਤਨੇ ਪੈਦਾ ਕੀਤੇ ਨੇ ਉਹਨਾਂ ਸਾਰਿਆਂ ਦੇ ਅੰਦਰ ਵਿਆਪਕ ਹੋ ਰਿਹਾ। ਚਾਹੇ ਕੋਈ ਹਾਥੀ ਹੈ ਤੇ ਚਾਹੇ ਕੋਈ ਕੀੜੀ ਹੈ, ਚਾਹੇ ਕੋਈ ਛੋਟਾ ਹੈ ਚਾਹੇ ਕੋਈ ਵੱਡਾ ਹੈ, ਪਰਮਾਤਮਾ ਦੀ ਜੋਤ ਸਾਰਿਆਂ ਵਿੱਚ। ਹੁਣ ਦੇਖਣਾ ਕਿ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ, ਸੁਣਦੇ ਹਾਂ ਕਿ ਮੰਨਦੇ ਹਾਂ। ਜਿਹੜਾ ਵੀ ਸੁਣ ਕੇ ਮੰਨ ਲਏਗਾ, ਮੰਨ ਕੇ ਉਹਦੇ ਨਾਲ ਪ੍ਰੇਮ ਕਰੇਗਾ, ਉਹ ਫਿਰ ਉਸ ਪਰਮਾਤਮਾ ਨਾਲ ਜੁੜ ਜਾਏਗਾ। ਰੋਜ਼ ਪੜ੍ਹਦੇ ਹਾਂ, ਸੁਣਿਆ ਮੰਨਿਆ ਮਨ ਕੀਤਾ ਬਹਾਉ, ਅੰਤਰਗਤ ਤੀਰਥ ਮਲ ਨਾ ਹੋ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ। ਰਾਰੈ ਰਵ ਰਿਹਾ ਸਭ ਅੰਤਰ, ਜੇਤੇ ਕੀਏ ਜਨਤਾ। ਜੰਤ ਉਪਾਏ ਧੰਦੇ ਸਭ ਲਾਏ, ਕਰਮ ਹੋਆ ਤਿਨ ਨਾਮ ਲਿਆ। ਆਖਿਆ ਇਹਨਾਂ ਸਭ ਜੀਵਾਂ ਨੂੰ ਪੈਦਾ ਕਰਕੇ ਇਹਨਾਂ ਦੇ ਕਰਮਾਂ ਅਨੁਸਾਰ ਇਹਨਾਂ ਨੂੰ ਧੰਦੇ ਵਿੱਚ ਲਾ ਦਿੱਤਾ। ਕਿਸੇ ਨੂੰ ਕਿਸੇ ਕੰਮ ਲਾ ਦਿੱਤਾ, ਕਿਸੇ ਨੂੰ ਕਿਸੇ ਕੰਮ ਲਾ। ਪਰ ਕਰਮ ਹੋਆ ਤਿਨ ਨਾਮ ਲਿਆ, ਜਿਨ੍ਹਾਂ ਉੱਤੇ ਪਰਮਾਤਮਾ ਦਾ ਫਜ਼ਲ ਮਿਹਰ ਬਖਸ਼ਿਸ਼ ਹੋ ਗਈ, ਉਹ ਭਾਈ ਫਿਰ ਪਰਮਾਤਮਾ ਦਾ ਨਾਮ ਜਪਦੇ। ਇਹ ਸਾਰੇ ਜੀਵ ਵੀ ਬਣਾਏ ਉਹਦੇ ਨੇ। ਇਹਨਾਂ ਸਾਰਿਆਂ ਜੀਵਾਂ ਦੇ ਅੰਦਰ ਉਹਦੀ ਜੋਤ ਕੰਮ ਕਰ ਰਹੀ ਹੈ। ਪਰ ਜਿਨ੍ਹਾਂ ਉੱਤੇ ਉਹਦੀ ਬਖਸ਼ਿਸ਼ ਹੁੰਦੀ ਹੈ ਉਹ ਫਿਰ ਉਸ ਦਾ ਨਾਮ ਜਪਦੇ ਹਨ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਬੇਟਿਓ ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਰਾਰੈ ਰਵ ਰਹਿ ਸਭ ਅੰਤਰ, ਜੇਤੇ ਕੀਏ ਜਨਤਾ। ਜੰਤ ਉਪਾਏ ਧੰਦੇ ਸਭ ਲਾਏ, ਕਰਮ ਹੋਆ ਤਿਨ ਨਾਮ ਲਿਆ। ਇੱਥੇ ਕਰਮ ਦੇ ਮੰਮੇ ਨੂੰ ਔਂਕੜ ਹੈ। ਇਹਦਾ ਅਰਥ ਹੈ ਬਖਸ਼ਿਸ਼। ਜਿਨ੍ਹਾਂ ਉੱਤੇ ਉਸ ਦੀ ਬਖਸ਼ਿਸ਼ ਹੋ ਜਾਂਦੀ ਉਹ ਫਿਰ ਉਸ ਪਰਮਾਤਮਾ ਦਾ ਨਾਮ ਲੈਂਦੇ ਤਥਾ ਸਿਮਰਨ ਕਰਦੇ। ਲੱਲੇ ਲਾਏ ਤੰਦੇ ਜਿਨ ਛੋਡੀ। ਆਖਿਆ ਲੱਲੇ ਅੱਖਰ ਦੁਆਰਾ ਪਾਤਸ਼ਾਹ ਸਿੱਖਿਆ ਦਿੰਦੇ। ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਧੰਦੇ ਵਿੱਚ ਲਾ ਕੇ ਛੱਡ ਦਿੱਤੀ, ਭਾਵ ਇਹਨਾਂ ਨੂੰ ਵੱਖ-ਵੱਖ ਕੰਮਾਂ ਵਿੱਚ ਲਾ ਦਿੱਤਾ। ਕਿਸੇ ਨੂੰ ਕਿਸੇ ਪਾਸੇ, ਕਿਸੇ ਨੂੰ ਕਿਸੇ ਪਾਸੇ। ਇਹ ਸਾਰੀ ਖੇਡ ਉਹਦੀ ਆਪਣੀ ਹੈ।
ਲੱਲੇ ਲਾਏ ਧੰਦੇ ਜਿਨ ਛੋਡੀ, मीठा माया मोह किया। ये माया भी उसने बनाई, और माया दा मोह जिहड़ा सब नूं मिठा लगदा, कोई छोटा होवे कोई वड्डा होवे, माया दा मोह सब नूं चंगा लगदा, सब इस नाल प्यार करदे। कहंदे माया भी उसने बनाई। इसलिए भगत जी ने कहा है, हे वाहिगुरु ऐसा तैं जग भरम लाया, कैसे बूझे जब मोया है माया। गुरमत अनुसार माया नूं त्यागण दी गल नहीं कही, पर हाँ माया विच फस के उस परमात्मा नूं जिहड़े भुल जांदे ने, वो अपने राह तो भटक जाते हैं। ये जरूर मनो कि परमात्मा ने सृष्टि दे जीव पैदा कीते, परमात्मा ने ही धंधे विच लाया, परमात्मा ने ही माया दा मोह मिठा लाया। दल्ले लाए धंधे जिन छोड़ी, मीठा माया मोह किया। खाना पीना सम कर सहना, भाणे ताकै हुक्म पया। फिर सारे जीवां नूं खाण लई दिता, पीण लई दिता। भाई सानू की करना बनदा, सम कर सहना, ਉਹਦੇ ਦਿੱਤੇ ਹੋਏ ਦੁੱਖ ਸੁੱਖ ਨੂੰ ਸਮ ਕਰਕੇ ਸਹੀ, ਭਾਵ ਉਹਦੀ ਰਜ਼ਾ ਵਿੱਚ ਰਾਜ਼ੀ ਰਹੀ, ਉਹਨੂੰ ਰਜ਼ਾ ਵਾਲਾ ਸਮਝ ਕੇ ਉਹਦੇ ਹੁਕਮ ਨੂੰ ਮਿੱਠਾ ਕਰਕੇ। ਕਿਉਂਕਿ ਬਾਣੀ ਵਿੱਚ ਹਰ ਗੱਲ ਸਮਝਾਈ, ਭਾਈ ਸੋ ਸਿੱਖ ਸਖਾ ਬੰਦਪ ਹੈ ਭਾਈ। ਜੇ ਗੁਰ ਕੇ ਬਾਣੇ ਵਿੱਚ ਆਵੇ, अपने भाणे जो चले भाई। विछुड़ चोटां खावे, बिन सतगुर सो कदे न पावे भाई। फिर पछोतावे। तो देखो दो दो पंक्तियां दे अंदर कितनी बड़ी फिलोसफी, कितना बड़ा ज्ञान साडे जीवां लई पातशाह ने फरमाया। लल्ले लाए धंधे जिन छोड़ी, मीठा माया मोह किया। खाना पीना सम कर सहना, भाणे ताकै हुक्म पया। वै वासदेव परमेश्वर, वेखण को जिन वेस किया। ववे अखर द्वारा सिक्ख्या दिंदे। परमात्मा का एक नाम वासदेव भी, जिसका अर्थ है जिहड़ा सब जीवां विच वास करदा, ਜਿਹੜਾ ਸਾਰੇ ਆਕਾਰ ਜਗਤ ਦੇ ਵਿੱਚ ਵਰਤ ਰਿਹਾ। ਪਰਮੇਸ਼ਰ ਪਰਮ ਈਸ਼ਵਰ ਸਭ ਤੋਂ ਵੱਡੀ ਆਤਮਾ। ਵੇਖਣ ਕੋ ਜਿਨ ਵੇਸ ਕੀਆ, ਜਿਨੇ ਆਪ ਹੀ ਹਰੇਕ ਰੰਗਾ ਰੰਗ ਦੀ ਜੀਵ ਬਣਾ ਕੇ ਫਿਰ ਇਹਨਾਂ ਦੀ ਸੰਭਾਲ ਵੀ ਕਰਦਾ, ਫਿਰ ਦੇਖਦਾ ਕਿ ਕਰਦੇ ਕੀ ਹਨ। ਵਵੈ ਵਾਸਦੇਵ ਪਰਮੇਸ਼ਰ, ਵੇਖਣ ਕੋ ਜਿਨ ਵੇਸ ਕੀਆ। ਵੇਖੈ ਚਾਖੈ ਸਭ ਕੁਛ ਜਾਣੇ, ਅੰਤਰ ਬਾਹਰ ਰਵ ਰਿਹਾ। ਉਹ ਪਰਮਾਤਮਾ ਹਰੇਕ ਜੀਵ ਦੀ ਗੱਲ ਨੂੰ ਜਾਣਦਾ, ਵੇਖਦਾ ਵੀ ਹੈ ਤੇ ਸੰਭਾਲ ਵੀ ਕਰਦਾ। ਇਹ ਮਤ ਕੋਈ ਸਮਝੇ ਕਿ ਅਸੀਂ ਉਹਦੀ ਨਜ਼ਰ ਤੋਂ ਬਾਹਰ ਨਹੀਂ, ਉਹ ਸਾਰਿਆਂ ਉੱਤੇ ਨਜ਼ਰ ਕਰਦਾ। हर जीव के अंदर भी है ते बाहर भी। यही गुरमत की विलक्षण फिलोसफी है। लोग कहते ने जंगलों में जाके मिलेगा, मारे कहते नहीं। जोग न भगवी कपड़ी, जोग न मैले वेश। नानक घर बैठिया जोग पाई है, सतगुर कह उपदेश। ववै वासदेव परमेश्वर, ਵੇਖਣ ਕੋ ਜਿਨ ਵੇਸ ਕੀਆ। ਵੇਖੈ ਚਾਖੈ ਸਭ ਕੁਛ ਜਾਣੈ, ਅੰਤਰ ਬਾਹਰ ਰਵ ਰਿਹਾ। ਫਿਰ ਪਾਤਸ਼ਾਹ 33 ਨੰਬਰ ਪਦੇ ਵਿੱਚ ਕਹਿੰਦੇ ਨੇ, ਰਾੜੈ ਰਾੜ ਕਰੈ ਕਿਆ ਪ੍ਰਾਣੀ। ਰਾੜੇ ਅੱਖਰ ਦੁਆਰਾ ਸਿੱਖਿਆ ਦਿੰਦੇ ਨੇ, ਹੇ ਪ੍ਰਾਣੀ ਤੂੰ ਕਿਹੜੇ ਝਗੜਿਆਂ ਵਿੱਚ ਪਿਆ ਹੋਇਆ। ਪੜ੍ਹ ਲਿਖ ਤੂੰ ਜ਼ਰੂਰ ਗਿਆ, ਵਿਦਵਾਨ ਤੂੰ ਬਣ ਗਿਆ, ਪਰ ਤੂੰ ਤੇ ਬਹਿਸ ਮਬੈਸਿਆਂ ਵਿੱਚ ਲੱਗਾ ਹੋਇਆ।
ਇਹ ਕੀ ਤੂੰ ਰੇੜਕਾ ਪਾਇਆ, ਕੀ ਤੂੰ ਝਗੜਾ ਕੀਤਾ, ਕੀ ਤੂੰ ਬਹਿਸ ਕਰਦਾ, ਇਹਦੇ ਵਿੱਚ ਨਾ ਆਪਣਾ ਸਮਾਂ ਗਵਾ। ਰਾੜੈ ਰਾੜ ਕਰੈ ਕਿਆ ਪ੍ਰਾਣੀ, ਤਿਸੈ ਧਿਆਵੋ ਜੇ ਅਮਰ ਹੋਆ। ਉਸ ਪਰਮਾਤਮਾ ਦਾ ਸਿਮਰਨ ਕਰ ਜਿਹੜਾ ਅਮਰ ਹੈ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਕਦੇ ਮਰਨਾ ਨਹੀਂ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹਿ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਰਾੜੈ ਰਾੜ ਕਰੈ ਕਿਆ ਪ੍ਰਾਣੀ, ਤਿਸੈ ਧਿਆਵੋ ਜੇ ਅਮਰ ਹੋਆ। ਤਿਸੈ ਧਿਆਵੋ ਸੱਚ ਸਮਾਵੋ, ਉਸ ਵਿਟੋਂ ਕੁਰਬਾਨ ਕੀਆ। ਆਖਿਆ ਮੈਂ ਤੇ ਉਸ ਪਰਮਾਤਮਾ ਤੋਂ ਕੁਰਬਾਨ ਜਾਣਾ। ਤੇ ਤੁਹਾਨੂੰ ਵੀ ਕਹਿਣਾ ਪਿਆਰਿਓ, ਤਿਸੈ ਧਿਆਵੋ, ਉਹਦਾ ਸਿਮਰਨ ਕਰੋ, ਉਹਦਾ ਧਿਆਨ ਕਰੋ ਤੇ ਸੱਚ ਸਮਾਵੋ। ਸੱਚ ਦੇ ਚੱਚੇ ਨੂੰ ਸਿਹਾਰੀ ਹੈ, ਸੱਚ ਵਿੱਚ ਸਮਾ ਜਾਓ, ਉਹਦੇ ਨਾਲ ਇੱਕ ਮਿਕ ਹੋ ਜਾਣਾ ਕਰੋ। ਹਾ ਹੈ ਹੋਰ ਨ ਕੋਈ ਦਾਤਾ, ਜੀ ਉਪਾਏ ਜਿਨ ਰਿਜ਼ਕ ਦੀਆ। ਹਾਹੇ ਅੱਖਰ ਦੁਆਰਾ ਸਿੱਖਿਆ ਦਿੰਦੇ ਨੇ, ਹੇ ਭਾਈ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ। ਗੱਲ ਕਦੋਂ ਵਿਗੜਦੀ ਹੈ ਕਿ ਇੱਕ ਤਾਂ ਅਸੀਂ ਮੰਗਤਿਆਂ ਦੇ ਮੰਗਤੇ ਬਣ ਜਾਂਦੇ। ਗੁਰਬਾਣੀ ਕਹਿੰਦੀ ਮੰਗਤਿਆਂ ਦੇ ਮੰਗਤੇ ਨਾ ਬਣੋ, ਉਸ ਦਾਤੇ ਨਾਲ ਜੁੜੋ। ਤੇ ਦੂਸਰੀ ਗੱਲ, ਉਸ ਦਾਤੇ ਦੀਆਂ ਦਿੱਤੀਆਂ ਦਾਤਾਂ ਨੂੰ ਲੈ ਕੇ ਉਸ ਦਾਤਾਰ ਨੂੰ ਨਾ ਭੁੱਲੋ। ਸਾਡਾ ਕੰਮ ਕਦੋਂ ਵਿਗੜਦਾ? ਜਦੋਂ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਵਸਤ ਪਰਾਈ ਕੋ ਉਠ ਰੋਵੈ, ਕਰਮ ਧਰਮ ਸਗਲਾਈ ਖੋਵੈ। ਅਸੀਂ ਉਹਦੀਆਂ ਦਿੱਤੀਆਂ ਦਾਤਾਂ ਨਾਲ ਤੇ ਪਿਆਰ ਕਰਦੇ ਹਾਂ, ਪਰ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦੇ। ਕਈ ਹੋਰ ਸ਼ਰੀਕ ਪੈਦਾ ਕਰ ਰਹੇ ਨੇ। ਮਹਾਰਾਜ ਕਹਿੰਦੇ ਨਾ ਭਾਈ, ਇਹ ਨਿਸ਼ਚਾ ਕਰੋ, ਇਹ ਯਕੀਨ ਬਣਾਓ ਕਿ ਹਾ ਹੈ ਹੋਰ ਨ ਕੋਈ ਦਾਤਾ। ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਦੇਣ ਵਾਲਾ। ਜੀ ਉਪਾਏ ਜਿਨ ਰਿਜ਼ਕ ਦੀਆ, ਜਿਸ ਨੇ ਸਾਰੇ ਜੀਵ ਪੈਦਾ ਕਰਕੇ ਸਾਰੇ ਜੀਵਾਂ ਨੂੰ ਰਿਜ਼ਕ ਦਿੱਤਾ। ਇਸ ਲਈ ਮਹਾਰਾਜ ਕਹਿੰਦੇ ਨੇ ਹਾ ਹੈ ਹੋਰ ਨ ਕੋਈ ਦਾਤਾ, ਜੀ ਉਪਾਏ ਜਿਨ ਰਿਜ਼ਕ ਦੀਆ। ਹਰ ਨਾਮ ਧਿਆਵੋ ਹਰ ਨਾਮ ਸਮਾਵੋ, ਅਨ ਦਿਨ ਲਾਹਾ ਹਰ ਨਾਮ ਲੀਆ। ਭਾਈ ਅਸੀਂ ਤਾਂ ਤੁਹਾਨੂੰ ਇਹ ਕਹਿੰਦੇ ਹਾਂ, ਹਰੀ ਨਾਮ ਨੂੰ ਧਿਆਵੋ ਤੇ ਹਰੀ ਨਾਮ ਵਿੱਚ ਸਮਾਵੋ। ਦੇਖੋ, ਇੱਕ ਨਾਮ ਦੇ ਮੰਮੇ ਨੂੰ ਔਂਕੜ ਹੈ, ਇੱਕ ਨਾਮ ਦੇ ਮੰਮੇ ਨੂੰ ਸਿਹਾਰੀ ਹੈ। ਜਿਹੜਾ ਨਾਮ ਨਾਉਨ ਹੈ ਉਹਦੇ ਮੰਮੇ ਨੂੰ ਔਂਕੜ ਹੈ, ਤੇ ਜਿਹੜੇ ਨਾਮ ਦੇ ਮੰਮੇ ਨੂੰ ਸਿਹਾਰੀ ਨਾਮ ਵਿੱਚ ਸਮਾ ਜਾਓ। ਹਰ ਨਾਮ ਧਿਆਵੋ ਹਰ ਨਾਮ ਸਮਾਵੋ, ਅਨ ਦਿਨ ਲਾਹਾ ਹਰ ਨਾਮ ਲੀਆ। ਅਨ ਦਿਨ ਹਰ ਰੋਜ਼ ਉਹਦਾ ਸਿਮਰਨ ਕਰਕੇ ਉਹਦਾ ਨਾਮ ਜਪਣਾ ਕਰੋ। ਆਇੜੈ ਆਪ ਕਰੇ ਜਿਨ ਛੋਡੀ, ਐੜੇ ਅੱਖਰ ਦੁਆਰਾ ਸਿੱਖਿਆ ਦਿੰਦੇ ਨੇ। ਭਾਈ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਆਪ ਕੀਤੀ ਹੈ, ਬਣਾਈ ਹੈ ਔਰ ਇਹਨੂੰ ਕੰਮ ਲਾਇਆ, ਜੋ ਕੁਛ ਕਰਨਾ ਤੋ ਕਰ ਰਹੇ ਆ, ਫਿਰ ਜੋ ਉਹਦੀ ਮੌਜ ਹੈ ਉਹ ਕਰ ਰਹੇ। ਸ੍ਰਿਸ਼ਟੀ ਨੂੰ ਪੈਦਾ ਵੀ ਆਪ ਕੀਤਾ ਤੇ ਆਪ ਹੀ ਇਹਨਾਂ ਨੂੰ ਵੱਖ-ਵੱਖ ਕੰਮਾਂ ਵਿੱਚ ਲਾ ਦਿੱਤਾ। ਕਰੇ ਕਰਾਏ ਸਭ ਕੁਛ ਜਾਣੇ, ਉਹ ਆਪ ਹੀ ਕਰਦਾ ਹੈ, ਆਪ ਹੀ ਜੀਵਾਂ ਤੋਂ ਕਰਾਉਂਦਾ ਤੇ ਆਪ ਹੀ ਸਭ ਕੁਝ ਜਾਣਦਾ। ਨਾਨਕ ਸ਼ਾਇਰ ਇਵ ਕਹਿਆ। ਇੱਥੇ ਨਾਨਕ ਜੀ ਆਪਣੇ ਆਪ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਦੇ ਦਰ ਦਾ ਕਵੀ ਕਹਿੰਦੇ ਨੇ। ਕਹਿੰਦੇ ਇਹ ਨਾਨਕ ਸ਼ਾਇਰ ਇਹ ਗੱਲ ਕਹਿੰਦਾ ਹੈ ਕਿ ਭਾਈ ਉਸ ਪਰਮਾਤਮਾ ਨੇ ਆਪ ਹੀ ਸ੍ਰਿਸ਼ਟੀ ਬਣਾਈ ਹੈ, ਆਪ ਹੀ ਇਹਨਾਂ ਨੂੰ ਕੰਮ ਲਾਇਆ, ਆਪ ਹੀ ਇਹਨਾਂ ਦੇ ਕੀਤੇ ਕੰਮਾਂ ਨੂੰ ਦੇਖ ਰਿਹਾ। ਇਹ ਸਾਰੀ ਉਹਦੀ ਆਪਣੀ ਖੇਡ ਹੈ। ਇਸੇ ਲਈ ਅਸੀਂ ਰੋਜ਼ ਕਹਿੰਦੇ ਹਾਂ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਾਰੀ ਬਾਣੀ ਦਾ ਨਿਚੋੜ
ਉਸ ਇੱਕ ਅਕਾਲ ਪੁਰਖ ਦੀ ਹਸਤੀ ਦੇ ਇਰਦ ਗਿਰਦ ਘੁੰਮਦਾ ਹੈ ਤੇ ਉਹਦਾ ਸਿਮਰਨ ਕਰਨ ਦੀ ਸਾਨੂੰ ਪ੍ਰੇਰਨਾ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।